ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਪ੍ਰੀਤ ਸਿੰਘ ਡਾਲਾ ਔਰ ਤੁਸੀਂ ਦੇਖ ਰਹੇ ਹੋ ਨਿਊਜ਼ ਟਿਊਬ 47। ਗੁਰਦਾਸਪੁਰ ਵਿੱਚ ਚੋਣਾਂ ਦਾ ਜਿਹੜਾ ਦੰਗਲ ਹੈ ਉਹ ਬਿਲਕੁਲ ਇਸ ਟਾਈਮ ਉੱਪਰਲੇ ਸਤਰ ਦੇ ਉੱਤੇ ਹੈ। ਪਰ ਜੇ ਦੇਖਿਆ ਜਾਏ ਤਾਂ ਵਿਰੋਧੀ ਧਿਰਾਂ ਨੂੰ ਕਿਤੋਂ ਕੈਂਡੀਡੇਟ ਨਹੀਂ ਮਿਲ ਰਹੇ ਔਰ ਕਿਤੋਂ ਉਹਨਾਂ ਨੂੰ ਕੁਝ ਇੱਦਾਂ ਦੀਆਂ ਪ੍ਰੋਬਲਮਸ ਆ ਰਹੀਆਂ ਨੇ। ਮੇਨ ਮੁੱਦੇ ਕੀ ਨੇ ਔਰ ਇਸ ਚੋਣਾਂ ਦੇ ਵਿੱਚ ਲੋਕ ਕਿਸ ਚੀਜ਼ ਨੂੰ ਵੇਖ ਕੇ ਵੋਟਾਂ ਪਾਉਣਗੇ। ਸਾਡੇ ਨਾਲ ਗੁਰਦਾਸਪੁਰ ਦੇ ਵਿਕਾਸ ਪੁਰਸ਼ ਜਾਣੇ ਜਾਂਦੇ ਵਿਧਾਇਕ ਨੇ ਬਰਿੰਦਰਮੀਤ ਸਿੰਘ ਪਾੜਾ। ਗੱਲ ਕਰਦੇ ਆ ਉਹਨਾਂ ਨਾਲ ਕਿ ਕੀ ਦੇਖਦੇ ਹੋ ਔਰ ਇਹਨਾਂ ਜਿਹੜੀਆਂ ਚੋਣਾਂ ਨੇ ਉਹਨਾਂ ਦੇ ਵਿੱਚ ਮੇਨ ਮੁੱਦੇ ਕੀ ਰਹਿਣਗੇ। ਸਵਾਗਤ ਹੈ ਬਰਿੰਦਰਮੀਤ ਸਿੰਘ ਜੀ ਤੁਹਾਡਾ। ਗੁਰਪ੍ਰੀਤ ਜੀ, ਸਰ ਕੀ ਸੋਚਦੇ ਹੋ ਤੁਸੀਂ, ਜਿਹੜੇ ਇਹਦੇ ਮੇਨ ਮੋਟਿਵ ਕੀ ਰਹਿਣਗੇ, ਕਿਸ ਦੇ ਆਧਾਰ ਦੇ ਉੱਤੇ ਲੋਕ ਜਿਹੜੇ ਆ ਉਹ ਵੋਟਾਂ ਪਾਉਣਗੇ? ਔਰ ਤੁਹਾਡੀ ਜਿਹੜੇ ਪਹਿਲੀ ਗੱਲ ਤੇ ਮੈਂ ਪੁੱਛਣੀ ਚਾਹਾਂਗਾ ਕਿ ਕੈਂਡੀਡੇਟ ਕਿੱਥੋਂ ਸਿਲੈਕਟ ਕੀਤੇ ਗਏ ਨੇ, ਕਿੱਦਾਂ ਦੇ ਕੈਂਡੀਡੇਟ ਲੋਕਾਂ ਨੂੰ ਦਿੱਤੇ ਨੇ ਤੁਸੀਂ? ਦੇਖੋ ਤੁਸੀਂ ਮੇਰੇ ਕੈਂਡੀਡੇਟਸ ਚੱਕ ਲਓ ਸਾਰੇ ਹੀ। ਕੋਈ 7 ਵਾਰ ਜਿੱਤਿਆ ਕੈਂਡੀਡੇਟ ਆ, ਕੋਈ 3 ਵਾਰ ਜਿੱਤਿਆ ਕੈਂਡੀਡੇਟ ਆ, ਕੋਈ 2 ਵਾਰ ਜਿੱਤਿਆ ਕੈਂਡੀਡੇਟ ਆ। ਮਤਲਬ ਸਾਰੇ ਐਕਸਪੀਰੀਅੰਸਡ ਤੇ ਜਿਹੜੇ ਬੰਦੇ ਲੋਕਾਂ 'ਚ ਰਹਿਣ ਵਾਲੇ ਕੈਂਡੀਡੇਟ ਨੇ 29 ਦੇ 29 ਉਹ ਦਿੱਤੇ ਆ। ਔਰ ਇੱਕ ਨੈਸ਼ਨਲ ਲੈਵਲ ਪਾਰਟੀ ਦੇ ਹੋਣ ਦੇ ਬਾਵਜੂਦ ਤੇ ਮੈਂ ਫਸਟ ਟਾਈਮਰ MLA ਸੀਗਾ, ਪਰ ਫਿਰ ਵੀ ਗੁਰੂ ਮਹਾਰਾਜ ਦੀ ਇੰਨੀ ਕਿਰਪਾ ਕਿ ਅਸੀਂ 29 ਕੈਂਡੀਡੇਟ 3 ਸਾਲ ਪਹਿਲਾਂ ਫਾਈਨਲ ਕਰ ਚੁੱਕੇ ਸੀਗੇ। ਤੇ ਜਿਸ ਦਿਨ ਟਿਕਟ ਡਿਸਟ੍ਰੀਬਿਊਸ਼ਨ ਹੋਈ ਆ ਇੱਥੇ ਸਾਡੇ ਜਿਹੜੇ ਅਬਜ਼ਰਵਰ ਲਾਏ ਆ ਪਾਰਟੀ ਪ੍ਰਧਾਨ ਸੁਨੀਲ ਜਾਖੜ ਜੀ ਨੇ, ਸ਼੍ਰੀ ਜੁਗਲ ਕਿਸ਼ੋਰ ਜੀ ਜਿਹੜੇ ਚੇਅਰਮੈਨ ਪੰਚਇਤ ਪੰਜਾਬ ਨੇ, ਉਹ ਇੱਥੇ ਆਏ ਕਾਂਗਰਸ ਭਵਨ। ਔਰ ਮੈਨੂੰ ਉਹਨਾਂ ਦਾ ਕੋਈ ਟੈਲੀਫੋਨ ਨਹੀਂ ਆਇਆ, ਨਾ ਮੈਂ ਉਹਨਾਂ ਨੂੰ ਕੀਤਾ, ਕਿਉਂਕਿ ਮੇਰੀ ਨੇਚਰ ਹੋਰ ਆ ਰਾਜਨੀਤੀ ਕਰਨ ਦੀ। ਜਦੋਂ ਉੱਥੇ ਬੈਠੇ ਆ ਉਹ ਸਾਰਾ ਦਿਨ ਰਹੇ ਤੇ ਸਾਰੇ ਵਰਕਰਸ ਜਿਹੜੇ ਉੱਥੇ ਉਹਨਾਂ ਕੋਲ ਗਏ ਔਰ ਉਹ ਖੁਦ ਸ਼ਾਮ ਨੂੰ ਮੇਰੇ ਘਰੇ ਆਏ, ਕਹਿੰਦੇ ਕਿ ਤੁਹਾਡਾ, ਮੈਂ ਬਾਹਰੋਂ ਵੀ ਪਤਾ ਕੀਤਾ, ਬਹੁਤ ਵਧੀਆ ਸਿਸਟਮ ਆ। ਤੇ ਮੈਂ ਇਹਨਾਂ ਨੂੰ ਕਿਹਾ ਕਿ ਅਬਜ਼ਰਵਰ ਸਾਹਿਬ 29 ਕੈਂਡੀਡੇਟ ਮੇਰੇ 3 ਸਾਲ ਤੋਂ ਫਾਈਨਲ ਨੇ। ਅਸੀਂ ਕੱਲੀ ਗਲੀ, ਕੱਲਾ ਸੀਵਰ ਦਾ ਕੰਮ, ਜਿੰਨੀਆਂ ਮੁਸ਼ਕਲਾਂ ਸੀਗੀਆਂ 29 ਵਾਰਡਾਂ 'ਚ ਜਿਹੜੇ ਕੰਮ ਚੱਲ ਰਹੇ ਆ। ਔਰ ਕਰੋਨਾ ਦੇ ਦਰਮਿਆਨ ਜਦੋਂ ਮੈਂ ਲਗਭਗ 1 ਕਰੋੜ 15 ਲੱਖ ਦਾ ਰਾਸ਼ਨ ਆਪਣੀ ਜੇਬ 'ਚੋਂ ਵੰਡਿਆ ਸੀਗਾ, ਗੁਰੂ ਮਹਾਰਾਜ ਨੇ ਮੇਰੀ ਡਿਊਟੀ ਲਾਈ ਔਰ ਮੈਂ ਵੰਡਿਆ। ਔਰ ਉਹਦੇ 'ਚ ਵੀ 29 ਕੈਂਡੀਡੇਟਸ ਜਿਹੜੇ ਆ ਉਹਨਾਂ ਨੂੰ ਘਰ ਰਾਸ਼ਨ ਜਿਹੜਾ ਪਹੁੰਚਾਇਆ ਮੇਰੇ ਕੋਲ ਖੜ ਕੇ ਉਹਨਾਂ ਨੇ। ਸੋ ਆਲਰੇਡੀ ਅਸੀਂ ਪਹਿਲਾਂ ਹੀ ਪ੍ਰਪੇਅਰਡ ਸੀਗੇ ਵੀ ਆਹ ਕੈਂਡੀਡੇਟ ਜਿਹੜੇ ਆ, ਕਿਉਂਕਿ ਕੰਮ ਕਰਕੇ ਵੋਟ ਮੰਗਣੀ ਚਾਹੀਦੀ ਹੈ। ਇਹ ਨਹੀਂ ਕਿ ਆਪਾਂ ਅੱਜ ਇਲੈਕਸ਼ਨ ਆ ਗਈ ਤੇ ਕੈਂਡੀਡੇਟ ਸੁੱਟ ਤਾਂ ਨਹੀਂ। ਆਪਾਂ 29 ਦੇ 29 ਕੈਂਡੀਡੇਟ ਉਹਨਾਂ ਨੇ ਵਰਕ ਕੀਤਾ ਸੀਗਾ, ਉਹ ਲਿਸਟ ਫਾਈਨਲ ਕੀਤੀ ਔਰ ਇਹੀ ਕਾਰਨ ਸੀਗਾ ਕਿ 29 ਦੇ 29 ਹੋਏ ਆ, ਕਿਸੇ ਨੇ ਉੱਥੇ ਵਾਧੂ ਅਪਲਾਈ ਨਹੀਂ ਕੀਤਾ। ਤੇ ਅਬਜ਼ਰਵਰ ਸਾਹਿਬ ਨੇ ਵੀ ਇਸ ਗੱਲ ਦੀ ਪ੍ਰਸ਼ੰਸਾ ਕੀਤੀ ਹੈ ਕਿ ਜਿਵੇਂ ਤੁਸੀਂ ਫਸਟ ਟਾਈਮਰ MLA ਸੀ ਔਰ ਡਿਸਟ੍ਰਿਕਟ ਹੈੱਡਕੁਆਟਰ ਤੇ ਬੈਠੇ ਹੋ, ਕਿਤੇ ਇੱਕ ਟਿਕਟ ਦੇ ਵਿੱਚ ਕੋਈ ਰੌਲਾ ਨਹੀਂ ਪਿਆ। ਲੋਕ ਮੁੱਦਿਆਂ ਨੂੰ ਕਿੱਦਾਂ ਸਮਝਦੇ ਹੋ ਤੁਸੀਂ ਕਿ ਲੋਕ ਮੁੱਦੇ ਸਿਰਫ ਸੜਕਾਂ ਤੱਕ ਜਾਂ ਗਲੀਆਂ ਬਣਾਉਣ ਤੱਕ ਹੀ ਨੇ, ਜਾਂ ਲੋਕਾਂ ਦੀਆਂ ਗੁਰਦਾਸਪੁਰ ਦੇ ਦੀਆਂ ਮੰਗਾਂ ਹੋਰ ਵੀ ਨੇ ਜਿੱਥੋਂ ਤੱਕ ਤੁਸੀਂ ਜਾ ਰਹੇ ਹੋ? ਜਿੱਦਾਂ ਪਿਛਲੇ ਦਿਨਾਂ ਦੇ ਵਿੱਚ ਬੜਾ ਜ਼ਿਕਰਯੋਗ ਰਿਹਾ ਕਿ ਇੱਥੇ ਜਿਹੜਾ ਇੱਕ ਮੈਡੀਕਲ ਕਾਲਜ ਆ ਰਿਹਾ, ਜਾਂ ਕੁਝ ਜਿਹੜਾ ਸਾਡੇ ਕੋਲ ਇੱਕ ਅੱਛਾ ਬੱਸ ਸਟੈਂਡ ਨਹੀਂ ਹੈਗਾ, ਤੇ ਇਹ ਵੀ ਲੋਕਾਂ ਦੇ ਮੁੱਦੇ ਨੇ, ਇਹ ਵੀ ਤੁਹਾਡੇ ਧਿਆਨ ਹਿੱਤ 'ਚ ਨੇ? ਦੇਖੋ, ਪਹਿਲੀ ਤੇ ਬਦਕਿਸਮਤੀ ਸਾਡੀ ਇਹ ਆ ਕਿ ਜਿਹੜੀਆਂ ਗਲੀਆਂ ਜਾਂ ਸੀਵਰ ਤੇ ਜਾਂ ਸਟਰੀਟ ਲਾਈਟਸ ਜਿਹੜੇ ਡਿਵੈਲਪਮੈਂਟ ਦੇ ਕੰਮ ਆ ਜਿੱਥੇ ਲੋਕਾਂ ਨੇ ਰਹਿਣਾ, ਉਹ ਮੁਸ਼ਕਲਾਂ ਰਹਿਣੀਆਂ ਨਹੀਂ ਸੀ ਚਾਹੀਦੀਆਂ। ਔਰ ਇਹ ਮੁਸ਼ਕਲਾਂ ਮੈਨੂੰ ਜਿਹੜੀ ਟਨਿਓਰ ਮਿਲੀ ਆ 3 ਸਾਲ ਦੀ, ਉਹਦੇ ਦਰਮਿਆਨ ਮੈਂ ਆਲਮੋਸਟ ਆਈ ਕੈਨ ਸੇ ਕਿ ਮੈਂ 90% ਕੰਮ ਜਿਹੜੇ ਆ ਗੁਰਦਾਸਪੁਰ ਦੀ ਵਾਰਡਸ ਦੇ ਕਰ ਚੁੱਕਿਆ। ਤੁਸੀਂ ਆਪ ਦੇਖੋ ਜਾ ਕੇ ਗਲੀਆਂ 'ਚ ਹਰ ਬੰਨੇ ਪੇਵਰਸ ਲਾ ਕੇ, ਸਟਰੀਟ ਲਾਈਟਸ ਲਾ ਕੇ। ਔਰ ਸਫਾਈ ਦੇ ਵਿੱਚ ਵੀ ਸ਼ਹਿਰ ਜਿਹੜਾ ਨਾਰਥ ਇੰਡੀਆ 'ਚ ਇਸ ਵਾਰ 62 ਰੈਂਕ 'ਤੇ ਆ, ਜਿਹੜਾ ਕਿ ਕਦੇ 3580 ਰੈਂਕ 'ਤੇ ਸੀਗਾ। ਸੋ ਇਸ ਤਰ੍ਹਾਂ ਅੱਜ ਗੁਰਦਾਸਪੁਰ ਦੀ ਸ਼ਕਲ ਦੱਸਦੀ ਆ, ਸਫਾਈ ਦੱਸਦੀ ਆ ਕਿ ਗੁਰਦਾਸਪੁਰ ਜਿਹੜਾ ਉਹ ਬਹੁਤ ਸੋਹਣਾ ਕੰਮ ਇੱਥੇ ਚੱਲ ਰਹੇ ਆ। ਜਿੱਥੇ ਇਹ ਡਿਵੈਲਪਮੈਂਟ ਬੇਸਿਕ ਨੈਸੈਸਿਟੀਜ਼ ਨੇ ਲੋਕਾਂ ਦੀ ਜੀਵਨ ਜਿਨ੍ਹਾਂ ਨੇ ਜੀਣਾ, ਵਾਤਾਵਰਨ, ਸਫਾਈ ਔਰ ਸਾਰੇ ਕੰਮ, ਉੱਥੇ ਨਾਲ ਦੀ ਨਾਲ ਜਿਹੜੀ ਤੁਸੀਂ ਕਹੀ ਆ ਕਿ ਇੱਥੇ ਬੱਸ ਸਟੈਂਡ ਦੀ ਕਮੀ ਸੀਗੀ, ਇਹ ਬਹੁਤ ਜ਼ਰੂਰਤ ਆ, ਕਿਉਂਕਿ ਸ਼ਹਿਰ ਦੇ ਵਿੱਚ ਇੱਕ ਛੋਟਾ ਜਿਹਾ ਬੱਸ ਸਟੈਂਡ ਔਰ ਟ੍ਰੈਫਿਕ ਦੇ ਕਾਰਨ ਕਾਫੀ ਹਾਦਸੇ ਵੀ ਹੋ ਚੁੱਕੇ ਆ। 2011 'ਚ ਪਹਿਲੇ ਵਿਧਾਇਕ ਵੱਲੋਂ ਤੇ ਸੁਖਬੀਰ ਸਿੰਘ ਬਾਦਲ ਵੱਲੋਂ ਉਹਦਾ ਨੀਂਹ ਪੱਥਰ ਰੱਖਿਆ ਗਿਆ ਸੀਗਾ ਫਰਜ਼ੀ, ਔਰ ਦੁਬਾਰਾ ਲੋਕਾਂ ਨੇ ਉਹਨਾਂ ਦੀ ਸਰਕਾਰ ਬਣਾਈ, ਫਿਰ ਵੀ ਉਹ ਬੱਸ ਸਟੈਂਡ ਨਹੀਂ ਬਣਿਆ। ਪਰ ਉਸ ਤੋਂ ਬਾਅਦ ਮੈਂ ਜਦੋਂ 17 'ਚ ਇਲੈਕਸ਼ਨ ਲੜੀ ਸੀ, ਮੈਂ ਕਮਿਟਮੈਂਟ ਕੀਤੀ ਸੀ ਲੋਕਾਂ ਦੇ ਨਾਲ। ਲੋਕਾਂ ਨੇ ਮੇਰੇ ਕੋਲ ਕਮਿਟਮੈਂਟ ਲਈ ਸੀ ਕਿ ਮੈਂ ਇੱਕ ਬੱਸ ਸਟੈਂਡ ਔਰ ਇੱਕ ਜਿਹੜਾ ਤਿਬੜੀ ਆ, ਜਿਹੜਾ ਰੇਲਵੇ ਫਾਟਕ ਆ ਤਿਬੜੀ ਰੋਡ ਵਾਲਾ, ਇਹਦੇ ਤੇ ਰੇਲਵੇ ਓਵਰਬ੍ਰਿਜ ਪਾਸ ਕਰਵਾਇਆ ਗਿਆ ਸੀਗਾ ਪਹਿਲੇ ਵਿਧਾਇਕ ਵੱਲੋਂ। ਔਰ ਜਿੰਨੇ ਤਿਬੜੀ ਰੋਡ ਵਾਲੇ ਦੋਨੇ ਸਾਈਡਾਂ ਤੇ ਹੈਗੇ ਆ ਦੁਕਾਨਦਾਰ, ਉਹ ਲਗਭਗ ਜਿਹੜੇ ਐਕਸਿਸ ਬੈਂਕ ਵਾਲੇ ਹੋਰ ਕਾਫੀ ਜਾਣੇ ਨੇ ਜਿਹੜੇ ਇਹਨਾਂ ਦੀ ਪਾਰਟੀ ਦੇ ਸੀਗੇ ਬੰਦੇ। ਔਰ ਉਹਨਾਂ ਨੇ ਇਹਨਾਂ ਨੂੰ ਜਾ ਕੇ ਇਹ ਕੁਐਸਚਨ ਵੀ ਕੀਤਾ ਕਿ ਤੁਸੀਂ ਰੇਲਵੇ ਓਵਰਬ੍ਰਿਜ ਨਾਲ ਇੱਥੇ ਪਾਸ ਕਰਾਓ, ਇੱਥੇ ਬਹੁਤ ਮੁਸ਼ਕਲਾਂ ਨੇ। ਤਾਂ ਅਸੀਂ ਹੈਂਡ ਟੂ ਮਾਊਥ ਬੰਦੇ ਆ, ਸਾਡੇ ਜਿਹੜੇ ਬੱਚੇ ਆ ਉਹ ਕੋਈ ਸ਼੍ਰੀਨਗਰ ਕਾਰਪੈਂਟਰ ਦਾ ਕੰਮ ਕਰਦਾ ਤੇ ਛੋਟੀਆਂ ਦੁਕਾਨਾਂ ਅਸੀਂ ਕਰਦੇ ਹਾਂ, ਉਹ ਕਿਰਾਏ 'ਤੇ ਦਿੱਤੀਆਂ। ਪਰ ਉਦੋਂ ਵੀ ਡੱਕਾ ਲਾਇਆ ਓਵਰਬ੍ਰਿਜ ਨੂੰ। ਔਰ ਫਿਰ ਮੈਂ 2017 ਜਦੋਂ ਇਲੈਕਸ਼ਨ ਆਈ, 2 ਕਮਿਟਮੈਂਟ ਸੀਗੀਆਂ ਮੇਰੀਆਂ ਮੇਜਰ, ਇੱਕ ਬੱਸ ਸਟੈਂਡ ਔਰ ਇੱਕ ਅੰਡਰਬ੍ਰਿਜ। ਬੱਸ ਸਟੈਂਡ ਦਾ ਮੈਂ ਟੈਂਡਰ ਲਾ ਚੁੱਕਾ 8 ਜਨਵਰੀ ਨੂੰ,
ਔਰ 29 ਜਨਵਰੀ ਨੂੰ ਖੁੱਲ੍ਹਣਾ ਸੀਗਾ, ਡਿਊ ਟੂ ਇਲੈਕਸ਼ਨ ਕੋਡ ਉਹ ਨਹੀਂ ਖੁੱਲ੍ਹ ਪਾਇਆ। ਇਲੈਕਸ਼ਨ ਕੋਡ ਤੋਂ ਬਾਅਦ ਉਹ ਖੁੱਲ੍ਹੇਗਾ ਔਰ ਅਸੀਂ ਮਾਰਚ ਦੇ ਵਿੱਚ ਉਹਦਾ ਮੈਂ ਇਨੈਗੂਰੇਸ਼ਨ ਕਰਨ ਜਾ ਰਿਹਾ। ਔਰ ਸੈਕਿੰਡ ਜਿਹੜਾ ਅੰਡਰ ਬ੍ਰਿਜ ਦਾ ਕੰਮ ਹੈ, ਮੈਂ ਅੰਡਰ ਬ੍ਰਿਜ ਪਾਸ ਕਰਾ ਚੁੱਕਾ, ਸਾਰੀਆਂ ਅਪਰੂਵਲਸ ਲੈ ਚੁੱਕਾ। ਔਰ ਇਹ ਐਕਚੁਅਲ 'ਚ ਅੰਡਰ ਬ੍ਰਿਜ ਜਿਹੜੇ ਰੇਲਵੇ ਕ੍ਰਾਸਿੰਗਸ ਨੇ, ਇਹ ਕੰਮ ਸੈਂਟਰ ਦਾ ਹੈ ਔਰ ਇਹ ਕੰਮ ਹੈ MP ਦਾ। ਪਰ ਸਾਡਾ MP ਬਦਕਿਸਮਤੀ ਦੇ ਨਾਲ ਪਿਛਲੇ 1.5 ਸਾਲ ਤੋਂ ਲਾਪਤਾ ਹੈ। ਔਰ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਸੀ, ਮੁੱਖ ਮੰਤਰੀ ਸਾਹਿਬ ਨੇ ਮੈਨੂੰ ਕਿਹਾ ਕਿ 24 ਕਰੋੜ ਰੁਪਇਆ ਲੱਗਣਾ ਬੇਟਾ, ਤੇ ਇਸ ਕਰਕੇ ਇਹ MP ਦਾ ਕੰਮ ਹੈ। ਮੈਂ ਕਿਹਾ ਜੀ MP ਲਾਪਤਾ ਹੈ, ਇਸ ਕਰਕੇ ਸਾਨੂੰ ਕਰਨਾ ਪੈਣਾ। ਮੈਂ ਕਮਿਟਮੈਂਟ ਦਿੱਤੀ ਹੈ ਲੋਕਾਂ ਨੂੰ, ਹਲਕੇ ਦੇ ਨੂੰ, ਔਰ ਮੈਨੂੰ ਪੂਰਨ ਉਮੀਦ ਆ ਕਿ ਅੱਜ ਲੋਕ ਮੈਨੂੰ ਵਿਸ਼ਵਾਸ ਦਿੱਤਾ ਲੋਕਾਂ ਨੇ ਕਿ 29 ਦੀਆਂ 29 ਸੀਟਾਂ ਅਸੀਂ ਤੈਨੂੰ ਜਿੱਤ ਕੇ ਦੇਵਾਂਗੇ। ਤੇ ਤੁਹਾਡਾ ਜਿਹੜਾ ਸੈਕਿੰਡ ਟਾਰਗੇਟ ਅੰਡਰ ਬ੍ਰਿਜ ਦਾ ਉਹ ਵੀ ਹੋਣਾ ਚਾਹੀਦਾ, ਕਿਉਂਕਿ ਤਿਬੜੀ ਰੋਡ ਤੇ ਤੁਸੀਂ ਵੀ ਲੰਘਦੇ ਹੋ, ਦੇਖਿਆ ਕਿਲੋਮੀਟਰਾਂ 'ਚ ਲਾਈਨਾਂ ਲੱਗਦੀਆਂ ਨੇ, ਲੋਕ ਬੱਚੇ ਸਕੂਲ ਵੀ ਜਾਂਦੇ, ਬਹੁਤ ਡਿਫੀਕਲਟੀਜ਼ ਆ। ਸੋ ਮੈਂ ਉਹ ਵਿਸ਼ਵਾਸ ਲੋਕਾਂ ਨੂੰ ਦਿੱਤਾ ਕਿ ਜਿਹੜਾ ਅੰਡਰ ਬ੍ਰਿਜ ਆ ਉਹਦੇ ਪੈਸੇ ਇਲੈਕਸ਼ਨ ਤੋਂ ਬਾਅਦ 15-20 ਦਿਨਾਂ ਦੇ ਅੰਦਰ ਉਹਦਾ ਵੀ ਜਿਹੜੇ ਪੈਸੇ ਲੈ ਕੇ ਆਊਂਗਾ। ਸੋ ਇਹ ਦੋ ਮੇਜਰ ਸੀਗੇ। ਤੀਸਰਾ ਜਿਹੜਾ ਤੁਸੀਂ ਮੈਡੀਕਲ ਕਾਲਜ ਦੀ ਗੱਲ ਕੀਤੀ ਹੈ, ਜਿਹੜਾ ਸਿਵਲ ਹਸਪੀਟਲ ਸ਼ਹਿਰ ਦੇ ਵਿੱਚ ਸੀਗਾ, ਦੈਟ ਵਾਜ਼ 100 ਬੈਡਡ, ਤੇ ਜਦੋਂ ਉਹ ਹਸਪੀਟਲ ਇੱਥੋਂ ਸ਼ਹਿਰ ਚੋਂ ਕੱਢ ਕੇ ਬਾਹਰ ਲੈ ਗਏ, ਉਹ ਵੀ 100 ਬੈਡਡ ਹੀ ਇਹਨਾਂ ਬਣਾਇਆ, ਕੋਈ ਉਹਦੇ 'ਚ ਐਕਸਟੈਂਸ਼ਨ ਨਹੀਂ ਕੀਤੀ। ਪਰ ਮੈਂ 1.5 ਸਾਲ ਪਹਿਲਾਂ ਮੁੱਖ ਮੰਤਰੀ ਸਾਹਿਬ ਪੁੱਡਾ ਗਰਾਊਂਡ 'ਚ ਆਏ ਸੀ, ਉੱਥੇ ਉਹਨਾਂ ਨੂੰ ਬੇਨਤੀ ਕੀਤੀ, ਜਾਖੜ ਸਾਹਿਬ ਤੋਂ ਵੀ ਕਰਵਾਈ, ਔਰ ਉੱਥੇ ਉਹਨਾਂ ਨੇ ਮੈਡੀਕਲ ਕਾਲਜ ਅਨਾਊਂਸ ਕੀਤਾ। ਫਿਰ ਉਹਦਾ ਜਿਹੜਾ ਮੈਂ ਉਹਨੂੰ ਪਿਛਲੇ 6 ਮਹੀਨੇ ਪਹਿਲਾਂ ਉਹਨੂੰ 200 ਬੈਡਡ ਕਰਵਾਇਆ ਹਸਪੀਟਲ ਨੂੰ, ਕਿਉਂਕਿ ਉਹਦੀ ਬੇਸਿਕ ਜਿਹੜੀ ਆ ਨੈਸੈਸਿਟੀ ਆ, ਜੇ ਮੈਡੀਕਲ ਕਾਲਜ ਤੁਸੀਂ ਅਪਲਾਈ ਕਰਨਾ ਤੇ 200 ਬੈਡਡ ਹਸਪੀਟਲ ਹੋਣਾ ਚਾਹੀਦਾ। ਔਰ ਫਿਰ ਮੈਡੀਕਲ ਕਾਲਜ ਲਈ ਸਰਕਾਰ ਵੱਲੋਂ ਚਿੱਠੀ ਵੀ ਆ ਚੁੱਕੀ ਹੈ ਕਿ ਸਾਨੂੰ ਜਿਹੜੀ 8 ਕਿੱਲੇ ਜ਼ਮੀਨ ਮੁਹੱਈਆ ਕਰਾਈ ਜਾਵੇ। ਮੈਂ ਉਹ 8 ਕਿੱਲੇ ਜ਼ਮੀਨ ਵੀ ਮੁਹੱਈਆ ਕਰਾ ਚੁੱਕਾ ਹਾਂ। ਔਰ ਲਗਾਤਾਰ ਐਫਰਟਸ ਜਿਹੜੇ ਆ, ਮੈਡੀਕਲ ਕਾਲਜ ਵਾਜ਼ ਨਾਟ ਅ ਕਮਿਟਮੈਂਟ, ਔਰ ਕਮਿਟਮੈਂਟਸ ਮੇਰੀਆਂ ਅੰਡਰ ਬ੍ਰਿਜ ਔਰ ਬੱਸ ਸਟੈਂਡ ਸੀਗੀਆਂ ਮੇਜਰ। ਮੈਡੀਕਲ ਕਾਲਜ ਇਜ਼ ਅ ਐਕਸਟਰਾ ਐਫਰਟ ਮੈਂ ਲਗਾ ਰਿਹਾ, ਕਿਉਂਕਿ MP ਸਾਡੇ ਸੁਨੀਲ ਜਾਖੜ ਜੀ ਹਾਰ ਗਏ, ਪਰ ਫਿਰ ਵੀ ਮੈਂ ਲੱਗਾ ਰਿਹਾ। ਮੈਂ ਕਿਹਾ ਚਲੋ ਆਪਾਂ ਕੋਸ਼ਿਸ਼ ਕਰੀਏ ਕਿ ਸਾਡਾ ਬਾਰਡਰ ਏਰੀਆ ਨਾਲ ਬੈਲਟ ਲੱਗਦੀ ਹੈ, ਔਰ ਖਾਸ ਕਰਕੇ ਸ਼ਹਿਰ ਦੇ ਸੈਂਟਰ 'ਚੋਂ ਹਸਪੀਟਲ ਚੱਕ ਕੇ ਜਿਹੜੇ ਅੱਜ ਲੋਕ ਹੁਣ ਵਿਚਾਰੇ, ਜਿਨ੍ਹਾਂ ਕੋਲ ਰਿਕਸ਼ਾ ਆ, ਜਿਨ੍ਹਾਂ ਕੋਲ ਠੇਲੇ ਆ, ਜਿਨ੍ਹਾਂ ਕੋਲ ਰੇੜੇ ਆ, ਉਹ ਲੋਕ ਜਦੋਂ ਬਾਹਰ ਬਾਈਪਾਸ ਤੇ ਬੱਬਰੀ ਤੱਕ ਜਾਣਾ ਪੈਂਦਾ, ਉਹਨਾਂ ਦੀਆਂ ਬੜੀਆਂ ਵੱਡੀਆਂ ਮੁਸ਼ਕਲਾਂ ਨੇ। ਔਰ ਲੋਕਾਂ ਦੀ ਇਹ ਡਿਮਾਂਡ ਵੀ ਆ। ਜਿਹੜਾ ਸ਼ਹਿਰ ਵਾਲਾ ਹਸਪੀਟਲ ਸੀਗਾ, ਇਹਨਾਂ ਨੇ ਪੁੱਡਾ ਨੂੰ ਸੇਲ ਕਰਤਾ ਸੀਗਾ, ਉਹ ਤੁਹਾਡੀ ਕਿਰਪਾ ਦੇ ਨਾਲ ਉਹ ਹਸਪੀਟਲ ਵਾਪਸ ਜਿਹੜੀ ਜਗ੍ਹਾ ਮੈਂ ਹੈਲਥ ਡਿਪਾਰਟਮੈਂਟ ਨੂੰ ਹਸਪਤਾਲ ਦੇ ਨਾਂ ਕਰਾ ਚੁੱਕਾ। ਔਰ ਜਦੋਂ ਮੈਡੀਕਲ ਕਾਲਜ ਸਿਰੇ ਚੜ੍ਹ ਜਾਂਦਾ ਤੇ 50 ਬਿਸਤਰਿਆਂ ਦਾ ਹਸਪਤਾਲ ਜਿਹੜਾ ਅਰਬਨ ਏਰੀਆ 'ਚ ਮੇਰੀ ਪੂਰਨ ਕੋਸ਼ਿਸ਼ ਆ ਕਿ ਉਹ ਦੁਬਾਰਾ ਇਸੇ ਬਿਲਡਿੰਗ 'ਚ ਚੱਲੂਗੀ। ਸੋ ਇਹ ਮੇਜਰ ਕੰਮ ਨੇ। ਔਰ ਚੌਥਾ ਜਿਹੜਾ ਸੈਨਿਕ ਸਕੂਲ ਜਿਹੜਾ ਪੰਜਾਬ ਦੇ ਵਿੱਚ ਇੱਕ ਮਿਲਿਆ ਸਟੇਟ ਨੂੰ, ਉਹ ਵੀ ਤੁਹਾਡੀ ਕਿਰਪਾ ਨਾਲ ਮੁੱਖ ਮੰਤਰੀ ਸਾਹਿਬ ਤੇ ਸਾਰੇ ਮੇਰੇ ਵਜ਼ੀਰ ਸਾਹਿਬਾਨਾਂ ਨੇ ਮੇਰੀ ਰਿਕੁਐਸਟ ਨੂੰ ਮੰਨਦੇ ਹੋਏ ਮੇਰੇ ਗੁਰਦਾਸਪੁਰ ਨੂੰ ਦਿੱਤਾ। ਉਹ ਪਿੰਡ ਲਾਗੋਰੀਆ 'ਚ ਬਣ ਜਾ ਰਿਹਾ। ਸੋ ਇਹ ਮੇਰੀ ਫਸਟ ਨਿਊਰ ਆ। ਔਰ ਲੋਕਾਂ ਨੇ ਇੱਥੇ 10 ਸਾਲ ਪਹਿਲਾਂ ਵੀ MLA ਰਹੇ, ਕੋਈ ਐਸਾ ਕੰਮ ਜਿਹਦੇ ਨਾਲ ਸਾਡੀ ਇਕੋਨਮੀ ਨੂੰ ਬੂਸਟ ਮਿਲੇ, ਕੋਈ ਐਸਾ ਕੰਮ ਮੈਨੂੰ ਦਿਖਿਆ ਨਹੀਂ। ਅਨਨੈਸੈਸਰੀ ਵਿਦਆਊਟ ਐਨੀ ਅਰੇਂਜਮੈਂਟ ਆਫ ਫੰਡਸ ਬੱਸ ਸਟੈਂਡ ਦਾ ਨੀਂਹ ਪੱਥਰ ਰੱਖਣਾ, 8 ਸਾਲ ਤੋਂ ਬਾਅਦ ਉਹ ਨਾ ਬਣਨਾ, ਇਹ ਸਾਰੀਆਂ ਗੱਲਾਂ ਕੁਛ ਵੀ ਆਰ ਅਕਾਊਂਟੇਬਲ ਟੂ ਦਾ ਪਬਲਿਕ ਆਫ ਪੀਪਲ, ਪਬਲਿਕ ਆਫ ਗੁਰਦਾਸਪੁਰ। ਸੋ ਮੈਂ ਅਕਾਊਂਟੇਬਿਲਿਟੀ ਆਪਣੀ ਸਮਝਦਾ। ਤੁਸੀਂ ਮੇਰੀ ਅਨਾਊਂਸਮੈਂਟਸ ਵੀ ਸੁਣੀਆਂ ਹੋਣਗੀਆਂ ਕਿ ਜੇ ਬੱਸ ਸਟੈਂਡ ਅੰਡਰ ਬ੍ਰਿਜ ਨਾ ਬਣਿਆ, ਆਈ ਵਿਲ ਨਾਟ ਕੰਟੈਸਟ ਇਲੈਕਸ਼ਨ। ਔਰ ਗੁਰੂ ਮਹਾਰਾਜ ਦੀ ਮਿਹਰ ਸਦਕਾ ਬੱਸ ਸਟੈਂਡ ਸਿਰੇ ਚੜ੍ਹ ਗਿਆ, ਤੇ ਮੇਰੇ ਖਿਆਲ ਨਾਲ ਕਿ ਮਾਰਚ ਅਪ੍ਰੈਲ ਦੇ ਵਿੱਚ ਅੰਡਰ ਬ੍ਰਿਜ ਦਾ ਵੀ ਕੰਮ ਸਿਰੇ ਚੜ੍ਹ ਕੇ ਤੇ ਲੋਕ ਕਚਹਿਰੀ 'ਚ ਫਿਰ 22 ਦੇ ਵਿੱਚ ਮੈਂ ਜਾਵਾਂਗਾ। ਜਿਹੜੀਆਂ 22 ਦੀਆਂ ਇਲੈਕਸ਼ਨ ਨੇ, ਉਹਦੇ ਵਿੱਚ ਤੁਸੀਂ ਜਿੱਦਾਂ ਕਿਹਾ ਕਿ ਤੁਸੀਂ ਵਿਕਾਸ ਨੂੰ ਮੱਦੇ ਦੇ ਅੰਦਰ ਰੱਖ ਕੇ ਜਾਂ ਲੋਕਾਂ ਦੀਆਂ ਜਿਹੜੀਆਂ ਕਮਿਟਮੈਂਟਸ ਨੇ ਉਹਨਾਂ ਨੂੰ ਪੂਰੀਆਂ ਕਰਕੇ ਕਰੋਗੇ, ਕਿ ਜਾਂ ਜਿੱਦਾਂ ਅੱਗੇ ਪਹਿਲਾਂ ਰਾਜਨੀਤੀ ਵਿੱਚ ਹੋ ਰਿਹਾ ਕਿ ਭੱਦੀ ਸਬਤਾਵਲੀ, ਭੜਕਾਊ ਭਾਸ਼ਣ ਜਾਂ ਦਬਕੇ ਦੀ ਰਾਜਨੀਤੀ ਦੇ ਨਾਲ 22 ਦੀ ਇਲੈਕਸ਼ਨ ਵਿੱਚ ਦੁਬਾਰਾ ਲੋਕਾਂ 'ਚ ਆ ਰਹੇ ਹੋ? ਤੁਸੀਂ ਇਹ ਦੇਖਿਆ ਹੋਊਗਾ ਕਿ ਅੱਜ ਇਲੈਕਸ਼ਨਸ ਮਿਊਨਿਸਪਲ ਕਮੇਟੀ ਦੀਆਂ ਚੱਲ ਰਹੀਆਂ, 29 ਦੇ 29 ਵਾਰਡਸ ਦੇ ਵਿੱਚ ਇਲੈਕਸ਼ਨ ਚੱਲ ਰਹੀ ਹੈ। ਸ਼ਹਿਰ ਦੇ ਵਿੱਚ ਕੋਈ ਥ੍ਰੈਟਨਿੰਗ ਨਹੀਂ, ਕਿਸੇ ਨੂੰ ਕੋਈ ਦਬਕਾ ਨਹੀਂ, ਕੋਈ ਪੁਲਿਸ ਦੀ ਵਿੱਚ ਇਨਵੋਲਵਮੈਂਟ ਨਹੀਂ, ਕਿਸੇ ਤਰ੍ਹਾਂ ਦਾ 1% ਵੀ। ਅੱਜ ਤੁਸੀਂ ਸ਼ਹਿਰ ਦੇ ਵਿੱਚ ਘੁੰਮ ਕੇ ਦੇਖ ਲਓ, ਕਿਸੇ 'ਤੇ ਕੋਈ ਪੋਲੀਟੀਕਲ ਪ੍ਰੈਸ਼ਰ ਨਹੀਂ ਹੈ। ਕਿਉਂਕਿ ਮੈਂ 3.5 ਸਾਲ ਕੰਮ ਕੀਤਾ, ਮੈਂ ਚਾਹੁੰਦਾ ਕਿ ਮੈਂ ਆਪਣੇ ਕੰਮਾਂ ਦੇ ਆਧਾਰ 'ਤੇ ਦੇਖਾਂ ਕਿ ਮੈਂ ਖੜਾ ਕਿੱਥੇ ਹਾਂ, ਕਿਉਂਕਿ ਮੈਂ ਆਪਣੇ ਆਪ ਨੂੰ ਉੱਲੇ 'ਚ ਨਹੀਂ ਰੱਖਣਾ ਚਾਹੁੰਦਾ। ਫਿਰ ਸਾਲ ਨੂੰ ਇਲੈਕਸ਼ਨ ਆ। ਸੋ ਇਸ ਕਰਕੇ ਉਹ ਰਾਜਨੀਤਿਕ ਜਿਨ੍ਹਾਂ ਦਾ ਕਰੈਕਟਰ ਆ ਇਹ ਕੰਮ ਕਰਨਾ, ਉਹਨਾਂ ਦਾ ਕਰੈਕਟਰ ਜਿਹੜਾ ਉਹ ਨਹੀਂ ਹਟ ਸਕਦਾ। ਸੋ ਮੇਰਾ ਕਰੈਕਟਰ ਇਹੀ ਆ ਕਿ ਮੈਂ ਡਿਵੈਲਪਮੈਂਟ ਦੇ ਨਾਂ 'ਤੇ ਆ ਮਿਊਨਿਸਪਲ ਕਮੇਟੀਆਂ ਦੀ ਇਲੈਕਸ਼ਨ ਲੜ ਰਿਹਾ, ਅਤੇ ਡਿਵੈਲਪਮੈਂਟ ਦੇ ਨਾਂ 'ਤੇ 2022 ਦੀ ਇਲੈਕਸ਼ਨ ਲੜਾਂਗਾ। ਕਿਸਾਨੀ ਮੁੱਦਾ ਇਹ ਇਲੈਕਸ਼ਨਸ ਦੇ ਉੱਤੇ ਭਾਰੀ ਪਏਗਾ? ਦੇਖੋ ਕਿਤੇ ਨਾ ਕਿਤੇ ਦੇਖੋ, ਕਿਸਾਨੀ ਮੁੱਦਾ ਇਕੱਲਾ ਇਲੈਕਸ਼ਨਾਂ 'ਤੇ ਭਾਰੀ ਨਹੀਂ ਪਏਗਾ। ਕਿਸਾਨੀ ਮੁੱਦੇ ਦੇ ਨਾਲ ਅਸੀਂ ਸਾਰਾ ਹਿੰਦੁਸਤਾਨ 'ਤੇ ਭਾਰੀ ਪੈਣ ਜਾ ਰਿਹਾ। ਅਸੀਂ ਕਿਸਾਨਾਂ ਦੇ ਨਾਲ, ਜੋ ਪਹਿਲਾਂ ਵਪਾਰੀਆਂ ਦੇ ਨਾਲ ਜਿਹੜਾ ਕਰੋਨਾ ਦੇ ਦੌਰਾਨ ਵਿਚਾਰਿਆਂ ਨੂੰ ਬੜਾ ਪਿੱਛੇ ਡਿੱਗੇ ਆ, ਫਿਰ GST ਦੀ ਮਾਰ ਸਹਿਣੀ ਪੈ ਗਈ, ਫਿਰ ਨੋਟਬੰਦੀ ਦੀ ਮਾਰ ਸਹਿਣੀ ਪੈ ਗਈ,
ਮੈਨੂੰ ਪਤਾ ਕਿ ਸਾਡੇ ਦੁਕਾਨਦਾਰ ਭਰਾ ਕਿੱਥੇ ਖੜੇ ਨੇ। ਕਈ ਵਾਰ ਦੁਕਾਨ ਦੇ ਉੱਤੇ ਪੋਸਟਰ ਲੱਗਾ ਹੁੰਦਾ ਕਿ ਅੱਜ ਮੈਂ ਕੋਈ ਰੁਪਈਆ ਨਹੀਂ ਕਮਾਇਆ। ਸੋ ਜਿੱਥੇ ਇਹ ਜਿਹੜੇ ਦੁਕਾਨਦਾਰ ਭਰਾ, ਆਮ ਜਨਤਾ, ਜਿੱਥੇ ਡੀਜ਼ਲ ਪੈਟਰੋਲ 100 ਰੁਪਏ ਹੋ ਗਿਆ, ਡੀਜ਼ਲ ਪੈਟਰੋਲ 100 ਰੁਪਏ ਹੋਣ ਦਾ ਮਤਲਬ ਆ ਤੁਹਾਡੀਆਂ ਸਬਜ਼ੀਆਂ, ਦਾਲਾਂ, ਟਰਾਂਸਪੋਰਟੇਸ਼ਨ, ਐਵਰੀਥਿੰਗ ਜਿਹੜੀ ਆ ਦੈਟ ਇਜ਼ ਇਨਕਰੀਜ਼ਡ। ਉਹ ਸਾਰਾ ਕੁਝ ਮਹਿੰਗਾ ਹੋ ਗਿਆ। ਸੋ ਹਰ ਵਰਗ ਮਾਰ ਦੇ ਅੰਦਰ ਸੀਗਾ। ਇੱਕ ਕਿਸਾਨ ਬਚਿਆ ਸੀਗਾ ਜਿਹੜਾ ਜ਼ਮੀਨ 'ਚ ਉਬਚ ਕਰਕੇ ਤੇ ਆਪਣਾ ਪੇਟ ਪਾਲਦਾ ਸੀ ਤੇ ਨਾਲ ਦੂਸਰਿਆਂ ਦਾ ਪੇਟ ਪਾਲਦਾ ਸੀਗਾ, ਤੇ ਉਹ ਵੀ ਹੈਂਡ ਟੂ ਮਾਊਥ ਸੀਗਾ। ਪਰ ਅੱਜ ਉਹ ਕਿਸਾਨਾਂ ਨੂੰ ਵੀ ਇਹਨਾਂ ਨੇ ਜਿਹੜਾ ਉਹਨਾਂ ਦੇ ਗਲੇ ਨੂੰ ਹੱਥ ਪਾ ਲਿਆ, ਤੇ ਅੱਜ ਉਹ ਕਿਸਾਨ ਜਿਹੜੇ ਨੇ ਪਿਛਲੇ 2.5-3 ਮਹੀਨਿਆਂ ਤੋਂ ਬਾਰਡਰਾਂ ਤੇ ਬੈਠੇ ਨੇ, ਤੇ ਇੰਨੀ ਸਰਦੀ ਦੇ ਵਿੱਚ ਮੇਰੇ ਖਿਆਲ 150 ਤੋਂ 200 ਕਿਸਾਨ ਜਿਹੜੇ ਉੱਥੇ ਸ਼ਹੀਦ ਹੋ ਗਏ ਆ। ਸੋ ਕਿਸਾਨ ਜੇ ਖਤਮ ਹੁੰਦਾ ਤੇ ਸਮਝ ਲਓ ਹਿੰਦੁਸਤਾਨ ਖਤਮ ਹੁੰਦਾ। ਅੱਜ ਹਰ ਸਟੇਟ ਦੇ ਲੋਕ ਉਸ ਅੰਦੋਲਨ 'ਚ ਸ਼ਾਮਲ ਹੋਏ ਆ, ਕਿਉਂਕਿ ਅਵੇਅਰਨੈਸ ਆ ਗਈ ਉਹਨਾਂ 'ਚ। ਅਸੀਂ ਹਿੰਦੁਸਤਾਨ ਦੇ ਸਰਮਾਇਆ ਜਿਹੜਾ ਪਿਛਲੇ 70 ਸਾਲਾਂ ਤੋਂ ਜਿੱਤੇ ਤੇ ਸਾਨੂੰ ਮਾਣ ਸੀਗਾ, ਚਾਹੇ ਉਹ ਏਅਰਪੋਰਟ ਸੀਗੇ, ਚਾਹੇ ਉਹ ਟ੍ਰੇਨਾਂ ਸੀਗੀਆਂ, ਉਹਦੀ ਪ੍ਰਾਈਵੇਟਾਈਜੇਸ਼ਨ ਹੋ ਗਿਆ, ਅਡਾਨੀ ਦੇ ਲੋਗੋ ਲੱਗੇ, ਏਅਰਪੋਰਟਾਂ ਤੇ ਅਡਾਨੀ ਦੇ ਲੋਗੋ ਲੱਗੇ। BSNL ਜਿਹਦਾ 20,000 ਕਰੋੜ ਦਾ ਸਰਮਾਇਆ, ਜਿਹੜੀ ਜਿੱਤੋਂ ਜੀਓ ਚੱਲਦੀ, ਜਿਹੜੇ ਟਾਵਰਾਂ ਤੋਂ ਜੀਓ ਜਿਹੜੀ ਆ ਪ੍ਰੋਫਿਟ ਜਾ ਰਹੀ ਆ, ਤੇ BSNL ਜਿਹੜਾ ਉਹਨੂੰ ਕੰਗਾਲ ਕਰਤਾ ਗਿਆ। ਇਸੇ ਹਾਲਾਤ ਇਹਨਾਂ LIC ਦੇ ਕੀਤੇ ਆ। ਸੋ ਹੌਲੀ ਹੌਲੀ ਇਹਨਾਂ ਨੇ ਦੇਸ਼ ਨੂੰ ਜਿਹੜਾ ਡੋਬਤਾ, ਤੇ ਆਉਣ ਵਾਲਾ ਸਮਾਂ ਜੋ ਦਿਖ ਰਿਹਾ, ਜੇ ਕਿਸਾਨ ਖਤਮ ਹੁੰਦੇ ਆ ਤੇ ਸਾਰਾ ਹਿੰਦੁਸਤਾਨ ਖਤਮ ਹੁੰਦਾ। ਇਹ ਇਕੱਲਾ ਇਲੈਕਸ਼ਨਾਂ ਦਾ ਮੁੱਦਾ ਨਹੀਂ ਹੈ ਕਿ ਕਿਸਾਨੀ ਦਾ ਜਿਹੜਾ ਸਾਡੇ ਇਲੈਕਸ਼ਨਾਂ 'ਤੇ ਇਫੈਕਟ ਪਊਗਾ, ਨਹੀਂ, ਇਹ ਹਿੰਦੁਸਤਾਨ ਦੀ ਇਕੋਨਮੀ ਔਰ ਹਿੰਦੁਸਤਾਨ ਦੇ ਹਰ ਵਰਗ ਦੇ ਉੱਤੇ ਇਫੈਕਟ ਪਊਗਾ। ਅਖੀਰ ਵਿੱਚ ਵਿਰੋਧੀ ਪਾਰਟੀਆਂ ਨੂੰ ਕੀ ਮੈਸੇਜ ਦਿਓਗੇ ਔਰ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਹੋ? ਮੈਂ ਵਿਰੋਧੀ ਪਾਰਟੀਆਂ ਨੂੰ ਮੈਸੇਜ ਇਹੋ ਦੇਣਾ ਚਾਹੁੰਦਾ ਕਿ ਵੇਖੋ, ਇੱਥੇ ਚਾਹੇ ਉਹ BJP ਆ, ਚਾਹੇ ਅਕਾਲੀ ਦਲ ਆ, ਚਾਹੇ ਕੋਈ ਹੋਰ ਪਾਰਟੀਆਂ ਨੇ, ਸਾਡੇ ਜਿਹੜੇ ਆ ਇਲੈਕਸ਼ਨ ਦੇ ਦੌਰਾਨ ਡਿਵੈਲਪਮੈਂਟ ਦੇ ਮੁੱਦੇ ਹੋਣੇ ਚਾਹੀਦੇ, ਤੇ ਆਪਣੀ ਵਿਜ਼ਨ ਲੋਕਾਂ ਦੇ ਵਿੱਚ ਰੱਖਣੀ ਚਾਹੀਦੀ ਹੈ। ਪਰ ਬਦਕਿਸਮਤੀ ਆ ਕਿ ਕਈ ਲੀਡਰ ਜਿਹੜੇ ਆ ਉਹਨਾਂ ਦਾ ਕੰਮ ਇੱਕ ਆ ਕਿ ਅਸੀਂ ਭੜਕਾਊ ਗੱਲਾਂ ਕਰਕੇ ਤੇ ਥ੍ਰੈਟਨਿੰਗ ਕਰਕੇ ਲੋਕਾਂ ਦੇ ਅੰਦਰ ਜੋਸ਼ ਭਰਨਾ, ਬਟ ਉਹ ਕਿਤੇ ਨਾ ਕਿਤੇ ਅਗੇਂਸਟ ਉਹਨਾਂ ਦੇ ਆਪਣੇ ਉੱਤੇ ਹੀ ਉਹ ਡਿੱਗਦੀ ਹੈ ਚੀਜ਼। ਸੋ ਮੈਂ ਸਮਝਦਾ ਕਿ ਡਿਵੈਲਪਮੈਂਟ ਦੇ ਨਾਂ 'ਤੇ ਆਪਾਂ ਵੋਟਾਂ ਮੰਗੀਏ, ਤੇ ਲੋਕਤੰਤਰਿਕ ਢੰਗ ਦੇ ਨਾਲ ਪਤਾ ਲੱਗ ਜੇ ਕਿ 14 ਤਰੀਕ ਨੂੰ ਕੌਣ ਕਿੰਨੀਆਂ ਸੀਟਾਂ ਖੜ ਰਿਹਾ। ਕੁਝ ਪਾਰਟੀਆਂ ਦਾ, ਤੇ ਖਾਸ ਕਰਕੇ ਅਕਾਲੀ ਦਲ ਦਾ, ਜਿਹੜੇ ਕੈਂਡੀਡੇਟਸ ਨੇ, ਤੁਸੀਂ ਜਦੋਂ ਉਹਨਾਂ ਦੀ ਤਫਤੀਸ਼ ਕਰੋਗੇ ਕੈਂਡੀਡੇਟਾਂ ਨੂੰ ਵੀ ਉਹਨਾਂ ਦੀ ਬੈਕਗਰਾਊਂਡ ਕੀ ਆ, ਤੇ ਕਿੱਥੋਂ ਚੁੱਕ ਕੇ ਕਿਹੜਾ ਕੈਂਡੀਡੇਟ ਪੂਰਬ ਤੋਂ ਪੱਛਮ 'ਚ ਦਿੱਤਾ, ਤੇ ਉਹਨਾਂ ਦੀ ਡੂੰਘਾਈ 'ਚ ਬੈਕਗਰਾਊਂਡ 'ਚ ਜਾਓਗੇ। ਇਲੈਕਸ਼ਨਾਂ ਤੋਂ ਬਾਅਦ ਦੱਸਾਂਗੇ ਤੁਹਾਨੂੰ ਵੀ ਡਿਟੇਲ 'ਚ ਵੀ ਇਹ ਕੈਂਡੀਡੇਟ ਕਿੱਦਾਂ ਦੇ, ਜਿਨ੍ਹਾਂ ਨੂੰ ਆਪ ਨਹੀਂ ਕੁਝ ਪਤਾ ਤੇ ਉਹ ਸਾਡੇ ਸ਼ਹਿਰ ਦੀ ਭਲਾਈ ਕਰਨ ਦੀ ਗੱਲਾਂ ਕਰਦੇ ਆ। ਸੋ 10 ਸਾਲ ਦੀ ਮੈਂ ਸਮਝਦਾ ਕਿ ਇਹ ਕਮਾਈ ਇਹਨਾਂ ਦੀ ਆ ਕਿ ਇਹਨਾਂ ਨੂੰ ਕੈਂਡੀਡੇਟ ਨਹੀਂ ਲੱਭੇ। ਸੋ ਫਿਰ ਵੀ ਠੀਕ ਆ, ਇਲੈਕਸ਼ਨ ਆ, ਲੋਕਤੰਤਰਿਕ ਢੰਗ ਨਾਲ ਹੋ ਰਹੀ ਆ, ਉਹਦੇ 'ਚ ਲੋਕ ਜਿਹੜਾ ਆਪਣਾ ਫਤਵਾ ਜਿਹਨੂੰ ਦੇਣਗੇ ਉਹ ਸਿਰ ਮੱਥੇ ਪ੍ਰਵਾਨ ਹੋਊਗਾ। ਧੰਨਵਾਦ ਜੀ। ਸਾਡੇ ਨਾਲ ਸੀ ਬਰਿੰਦਰਮੀਤ ਸਿੰਘ ਪਾੜਾ। ਉਹਨਾਂ ਨੇ ਕਿਹਾ ਕਿ ਲੋਕਾਂ ਨਾਲ ਕਮਿਟਮੈਂਟਸ ਪੂਰੀਆਂ ਕਰਕੇ, ਲੋਕ ਮੁੱਦਿਆਂ ਦੀਆਂ ਜ਼ਰੂਰਤਾਂ ਲੋਕਾਂ ਦੀਆਂ ਪੂਰੀਆਂ ਕਰਕੇ ਉਸ ਦੇ ਆਧਾਰ ਦੇ ਉੱਤੇ ਹੀ ਇਲੈਕਸ਼ਨ ਲੜ ਰਹੇ ਨੇ। ਔਰ ਵਿਰੋਧੀਆਂ ਨੂੰ ਵੀ ਇਹ ਕਿਹਾ ਗਿਆ, ਇੱਕ ਮੈਸੇਜ ਹੈ ਕਿ ਭੜਕਾਊ ਭਾਸ਼ਣ ਦੇ ਕੇ, ਨਾ ਕਿ ਲੋਕਾਂ ਦੇ ਨਾਲ ਕਮਿਟਮੈਂਟਸ ਕਰਕੇ, ਉਹਨਾਂ ਨੂੰ ਪੂਰੀਆਂ ਕਰਕੇ ਫਿਰ ਕੀਤਾ ਜਾਵੇ ਇਹ ਇਲੈਕਸ਼ਨ ਨੂੰ। ਔਰ ਜਿੱਤ ਦੀ ਆਸ ਲੈ ਕੇ ਬਰਿੰਦਰਮੀਤ ਸਿੰਘ ਪਾੜਾ ਅਗਵਾਈ ਕਰ ਰਹੇ ਨੇ ਆਪਣੇ 29 ਦੇ 29 ਕੈਂਡੀਡੇਟਸ ਦੀ। ਦੇਖਦੇ ਹਾਂ ਨਤੀਜੇ ਲੋਕ ਹਿੱਤ ਵਿੱਚ ਨੇ ਔਰ ਲੋਕ ਕਿਸ ਤਰ੍ਹਾਂ ਫਤਵਾ ਆਪਣਾ ਦਿੰਦੇ ਨੇ। ਧੰਨਵਾਦ ਜੀ। ਕੈਮਰਾਮੈਨ ਰਾਹੁਲ ਸ਼ਰਮਾ ਦੇ ਨਾਲ ਗੁਰਪ੍ਰੀਤ ਸਿੰਘ ਡਾਲਾ, ਨਿਊਜ਼ 247।